ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਮੇਰ ਕਰੋ ਤ੍ਰਿੰਤ ਮੋਹਿ ਜਾਹਿ, ਗਰੀਬ ਨਿਵਾਜ ਨਾ ਦੂਸਰ ਤੋ ਸੋ। ਭੂਲ ਸਿਮੋ ਹਮਰੀ ਪ੍ਰਭ ਆਪ, ਨਾ ਭੂਲਣ ਹਾਰ ਕਹੁ ਕੋ ਮੋਸੋ। ਸੇਵ ਕਰੀ ਤੁਮਰੀ ਤੈਨ ਕੇ, ਸਭ ਹੀ ਗ੍ਰਹਿ ਦੇਖਿਆਤ ਦਰਬ ਪਰੋਸੋ। ਯਾ ਕਲ ਮੈਂ ਸਭ ਕਾਲ ਕਿਰਪਾਨ ਕੀ, ਭਾਰੀ ਪੂਜਾਨ ਕੋ ਭਾਰੀ ਪਰੋਸੋ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੁ ਸੁਣੈ, ਜੋ ਕਾਲ ਕਿਰਪਾ ਕਰਾਏ। ਅੰਧ ਲਖੈ ਬਦਰੁ ਸੁਣੈ, ਜੋ ਕਾਲ ਕਿਰਪਾ ਕਰਾਏ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਪਿਆਰ ਸਤਿਕਾਰ ਸਹਿਤ ਸਤਿਗੁਰੂ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਖਾਲਸਾ ਪੰਥ ਦੇ ਮਹਾਨ ਸੂਰਬੀਰ ਯੋਧੇ, ਦਸਵੇਂ ਟਕਸਾਲ ਦੇ ਪਹਿਲੇ ਜਥੇਦਾਰ, ਅਮਰ ਸ਼ਹੀਦ ਸਿਰ ਲੱਥ ਯੋਧੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਦਾਸ ਤੋਂ ਪਹਿਲਾਂ ਆਪ ਸੰਗਤਾਂ ਨੇ ਜਿੱਥੇ ਰਾਗੀ ਜਥਿਆਂ ਤੋਂ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ, ਉੱਥੇ ਨਾਲ ਨਾਲ ਦਸਵੇਂ ਟਕਸਾਲ ਦੇ ਵਿਦਿਆਰਥੀ ਗਿਆਨੀ ਸਿੰਘ
ਵਿਦਵਾਨਾਂ ਤੋਂ ਗੁਰਮਤਿ ਵਿਚਾਰ ਸਰਵਣ ਕੀਤੇ। ਸਤਿਕਾਰਯੋਗ ਗਿਆਨੀ ਬਲਬੀਰ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ, ਉਹਨਾਂ ਨੇ ਦਾਸ ਨੂੰ ਇਸ ਸਮਾਗਮ ਦੇ ਬਾਰੇ ਜਾਣਕਾਰੀ ਦਿੱਤੀ ਔਰ ਇਹਨਾਂ ਦੀ ਪ੍ਰੇਰਣਾ ਦਾ ਸਦਕਾ ਦਾਸ ਨੂੰ ਇਸ ਅਸਥਾਨ ਦੇ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਆਸਟ੍ਰੇਲੀਆ, ਇੰਗਲੈਂਡ ਦੇ ਗੁਰਮੁਖ ਪਿਆਰੇ ਜੋ ਇਸ ਸਮਾਗਮ ਦੇ ਵਿੱਚ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਸੰਗਤਾਂ ਨੂੰ ਪ੍ਰੇਰ ਕੇ ਉਹਨਾਂ ਨੂੰ ਗੁਰੂ ਦੇ ਲੜ ਲਾਉਣ ਦਾ ਉਪਰਾਲਾ ਕਰਦੇ ਹਨ, ਉਹ ਵੀ ਵਧਾਈ ਦੇ ਪਾਤਰ ਨੇ। ਆਓ ਆਪਾਂ ਕੁਝ ਸਮਾਂ ਗੁਰਮਤਿ ਵਿਚਾਰਾਂ ਦੇ ਨਾਲ ਜੁੜੀਏ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਐਸੇ ਜੋ ਅਮੋਲਕ ਬਚਨ ਹਨ ਸਤਿਗੁਰੂ ਦੀ ਬਾਣੀ ਦੇ, ਇਹਨਾਂ ਨੂੰ ਜੇ ਕਿਸੇ ਨੇ ਸਫਲ ਕੀਤਾ ਹੈ ਉਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਨ, ਜਿਨ੍ਹਾਂ ਨੇ ਇਹ ਅਰਦਾਸ ਕੀਤੀ, ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੁਸ਼ਟਾਂ ਨੇ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਹੁਰਮਤੀ ਕੀਤੀ ਹੈ, ਬੇਅਦਬੀ ਕੀਤੀ ਹੈ, ਉਸ ਨੂੰ ਬਰੂਦ ਨਾਲ ਉਡਾਇਆ, ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ ਹੈ। ਜਿੰਨਾ ਚਿਰ ਤੱਕ ਉਹਨਾਂ ਤੋਂ ਕਬਜ਼ਾ ਨਹੀਂ ਛੁਡਾਇਆ ਜਾਂਦਾ, ਉਹਨਾਂ ਚਿਰ ਅਸੀਂ ਚੈਨ ਦੇ ਨਾਲ ਨਹੀਂ ਬੈਠਾਂਗੇ। ਫਿਰ 5000 ਖਾਲਸਾ ਫੌਜਾਂ ਨੂੰ ਨਾਲ ਲੈ ਕੇ ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲ ਆਉਣਾ ਆਰੰਭ ਕੀਤਾ। ਗੋਲਵੜ ਦੇ ਨੇੜੇ ਜੰਗ ਸ਼ੁਰੂ ਹੁੰਦਾ ਹੈ, ਜਿੱਥੇ ਗੁਰਦੁਆਰਾ ਟਾਹਲਾ ਸਾਹਿਬ ਹੈ। ਉੱਥੇ ਆ ਕੇ ਸਾਂਝੇ ਵਾਰਾਂ ਦੇ ਨਾਲ ਸੀਸ ਧੜ ਤੋਂ ਅਲੱਗ ਹੋ ਜਾਂਦਾ ਹੈ ਤੇ ਨਾਲ ਖੜੇ ਮੀਤ ਜਥੇਦਾਰ ਜੀ ਕਹਿੰਦੇ ਨੇ, ਬਾਬਾ ਜੀ ਤੁਸੀਂ ਤਾਂ ਇਹ ਆਖਿਆ ਸੀ ਮੇਰਾ ਸੀਸ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਭੇਟ ਹੋਵੇਗਾ, ਪਰ ਹੁਣ ਤੁਹਾਡਾ ਸੀਸ ਇੱਥੇ ਹੀ ਧੜ ਤੋਂ ਅਲੱਗ ਹੋ ਗਿਆ ਹੈ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਤੁਹਾਡੀ ਅਰਦਾਸ ਸੀ ਉਹ ਹੁਣ ਕਿਵੇਂ ਪੂਰੇ ਹੋਵੇਗੀ। ਤਾਂ ਉਸ ਵੇਲੇ ਬਾਬਾ ਦੀਪ ਸਿੰਘ ਜੀ ਨੇ ਬੜੀ ਫੁਰਤੀ ਨਾਲ ਕੱਟਿਆ ਹੋਇਆ ਸੀਸ ਖੱਬੇ ਹੱਥ ਦੀ ਤਲੀ 'ਤੇ ਰੱਖਿਆ। 18 ਸੇਰ ਦਾ ਖੰਡਾ ਜਿਹੜਾ ਅੱਜ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਰਸ਼ਨ ਕਰਵਾਏ ਜਾਂਦੇ ਨੇ, ਹੱਥ ਵਿੱਚ ਪਕੜਿਆ। ਦੁਸ਼ਮਣਾਂ ਦੇ ਆਹੋ ਲਾਉਂਦੇ 3 ਕੋਹ ਦਾ ਪੈਂਡਾ ਤੈਅ ਕਰਕੇ ਦਰਬਾਰ ਸਾਹਿਬ ਜੀ ਦੀਆਂ ਪਰਿਕਰਮਾ ਵਿੱਚ ਪਹੁੰਚਦੇ ਹਨ ਔਰ ਉੱਥੇ ਜਾ ਕੇ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਬੁੰਗਾ ਹੈ, ਉਸ ਅਸਥਾਨ 'ਤੇ ਆਪਣਾ ਸੀਸ ਗੁਰੂ ਰਾਮਦਾਸ ਮਹਾਰਾਜ ਦੇ ਭੇਟਾ ਕਰਦੇ ਹਨ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਕਸਰ ਇਹ ਬਚਨ ਸੁਣਾਇਆ ਕਰਦੇ ਸਨ। ਪਹਿਲਾਂ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਭੇਟਾ ਕੀਤਾ ਸੀ, ਪਰਿਕਰਮਾ ਦੇ ਵਿੱਚ ਇੱਕ ਛੋਟਾ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਸੀ। ਜਦੋਂ ਪਰਿਕਰਮਾ ਦੀ ਸੇਵਾ ਹੋਈ, ਕੁਛ ਜਿਹੜੇ ਉਸ ਵੇਲੇ ਦੇ ਪ੍ਰਬੰਧਕ ਸਨ, ਉਹਨਾਂ ਨੇ ਸੋਚਿਆ ਵੀ ਇਹ ਅੜਿੱਕਾ ਜਿਹਾ ਲੱਗਦਾ। ਉਹਨਾਂ ਨੇ ਉਸ ਨਿਸ਼ਾਨ ਸਾਹਿਬ ਨੂੰ ਉੱਥੋਂ ਹਟਾ ਦਿੱਤਾ
ਉਸ ਤੋਂ ਬਾਅਦ ਫਿਰ ਉਸ ਜਗ੍ਹਾ ਦੇ ਉੱਤੇ ਇੱਕ ਨਿਸ਼ਾਨੀ ਦੇ ਤੌਰ 'ਤੇ ਚਿੱਟੇ ਮਾਰਬਲ ਦੀ ਸਿਲਾ ਲਾ ਕੇ ਆਲੇ ਦੁਆਲੇ ਕਾਲੇ ਰੰਗ ਦੀ ਤਾਰੀ ਪੱਟੀ ਬਣਾ ਕੇ ਉਸ ਜਗ੍ਹਾ ਨੂੰ ਉੱਥੇ ਸਜਾਇਆ ਗਿਆ। ਪੁਰਾਤਨ ਜਿਹੜੇ ਗੁਰਸਿੱਖ ਸਨ, ਜਿਨ੍ਹਾਂ ਨੂੰ ਪਤਾ ਸੀ ਇਸ ਜਗ੍ਹਾ 'ਤੇ ਬਾਬਾ ਦੀਪ ਸਿੰਘ ਜੀ ਨੇ ਸੀਸ ਭੇਟਾ ਕੀਤਾ ਸੀ, ਉਹ ਉੱਥੇ ਲਿਆ ਕੇ ਸਿਹਰੇ ਫੁੱਲ ਭੇਟਾ ਕਰ ਦਿੰਦੇ ਸਨ ਅਤੇ ਆਮ ਜਿਹੜੀਆਂ ਸੰਗਤਾਂ ਸਨ ਉੱਥੋਂ ਦੀ ਪੈਰ ਰੱਖ ਕੇ ਨਹੀਂ ਸੀ ਲੰਘਦੀਆਂ, ਨਮਸਕਾਰ ਕਰਕੇ ਜਾਂਦੀਆਂ ਸਨ। ਪਰ ਹੁਣ ਜਦੋਂ 1984 ਦੇ ਕਰੀਬ ਜਦੋਂ ਸੇਵਾ ਕੀਤੀ ਗਈ ਸੀ, ਉਸ ਵੇਲੇ ਉਸ ਮਾਰਬਲ ਦੀ ਚਿੱਟੀ ਸਿਲਾ ਨੂੰ ਵੀ ਉੱਥੋਂ ਆਲੋਪ ਕਰ ਦਿੱਤਾ ਗਿਆ। ਸੋ ਰੋ ਵਿਚਾਰ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਭੇਟ ਕੀਤਾ। ਜਿੱਥੇ ਗੁਰਦੁਆਰਾ ਸ਼ਹੀਦਾਂ ਚਾਟੀਵਿੰਡ ਗੇਟ ਦੇ ਨੇੜੇ ਅਸਥਾਨ ਬਣਿਆ ਹੋਇਆ ਹੈ, ਮਹਾਂਪੁਰਖ ਦੱਸਦੇ ਸਨ ਉਸ ਜਗ੍ਹਾ 'ਤੇ ਬਾਬਾ ਜੀ ਦਾ ਸੰਸਕਾਰ ਹੋਇਆ ਸੀ ਅਤੇ ਜਨਮ ਇਸ ਨਗਰ ਦੇ ਵਿੱਚ ਹੋਇਆ। ਸੀਸ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਲੱਗਿਆ ਅਤੇ ਸੰਸਕਾਰ ਗੁਰਦੁਆਰਾ ਸ਼ਹੀਦਾਂ ਚਾਟੀਵਿੰਡ ਗੇਟ ਦੇ ਨੇੜੇ ਹੋਇਆ। ਇਹ ਉਹ ਮਹਾਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਗਾਥਾ ਹੈ। ਅੱਜ ਕੱਲ੍ਹ ਦੇ ਜਿਹੜੇ ਨਵੇਂ ਪ੍ਰਚਾਰਕ ਨੇ, ਉਹਨਾਂ ਨੇ ਬਾਬਾ ਜੀ ਦੇ ਇਤਿਹਾਸ ਨੂੰ ਬਦਲਣ ਦਾ ਵੀ ਯਤਨ ਕੀਤਾ ਅਤੇ ਕਰ ਰਹੇ ਨੇ। ਕਹਿੰਦੇ ਬਾਬਾ ਜੀ ਦਾ ਸੀਸ ਨਹੀਂ ਸੀ ਕੱਟਿਆ ਗਿਆ, ਕੱਟ ਹੀ ਲੱਗਿਆ ਸੀ, ਭਾਵ ਥੋੜ੍ਹਾ ਜਿਹਾ ਜ਼ਖਮ ਲੱਗਿਆ ਸੀ, ਫਿਰ ਉਹਨਾਂ ਨੇ ਜੰਗ ਕੀਤਾ। ਪਰ ਉਹ ਲੋਕਾਂ ਨੂੰ ਬਾਬਾ ਜੀ ਦੀ ਭਗਤੀ ਅਤੇ ਸ਼ਕਤੀ, ਅੰਮ੍ਰਿਤ ਦੀ ਕਰਾਮਾਤ ਦਾ ਪਤਾ ਨਹੀਂ ਹੈ, ਅਤੇ ਜਾਂ ਉਹਨਾਂ ਨੂੰ ਆਪਾਂ ਅਧੂਰੇ ਨਾਸਤਕ ਅਤੇ ਗੁਰੂ ਘਰ ਦੇ ਸ਼ਰਧਾ ਪ੍ਰੇਮ ਭਾਵਨਾ ਭਰੋਸੇ ਤੋਂ ਸਖਣੇ ਉਹਨਾਂ ਨੂੰ ਕਹਿ ਸਕਦੇ ਹਾਂ, ਜਿਹੜੇ ਬਾਬਾ ਜੀ ਦੇ ਇਤਿਹਾਸ 'ਤੇ ਸ਼ੰਕਾ ਕਰਦੇ ਨੇ। ਸਿਰ ਨਹੀਂ ਕੱਟਿਆ ਗਿਆ, ਕੱਟ ਲੱਗਿਆ ਸੀ। ਪਰ ਜਦੋਂ ਆਪਾਂ ਦਸਮ ਗ੍ਰੰਥ ਪੜ੍ਹਦੇ ਹਾਂ, ਉਸ ਦਸਮ ਗ੍ਰੰਥ ਦੀ ਬਾਣੀ ਵਿੱਚ ਕਲਗੀਧਰ ਪਾਤਸ਼ਾਹ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਉਹਨਾਂ ਨੇ ਮਹਾਰਾਜਾ ਖੜਕ ਸਿੰਘ ਦੀ ਕਥਾ ਲਿਖੀ ਹੈ। ਅਤੇ ਉਹ ਮਹਾਰਾਜਾ ਖੜਕ ਸਿੰਘ ਦਾ ਵੀ ਇੱਕ ਵਾਰੀ ਸੀਸ ਧੜ ਤੋਂ ਅਲੱਗ ਹੋਇਆ, ਅਤੇ ਜਦੋਂ ਜੈ ਕ੍ਰਿਸ਼ਨ ਦੇ ਨਾਅਰੇ ਲੱਗਣ ਲੱਗੇ, ਅਤੇ ਉਸ ਵੇਲੇ ਮਹਾਰਾਜਾ ਖੜਕ ਸਿੰਘ ਬਿਬਾਨ ਤੋਂ ਹੇਠਾਂ ਉਤਰਿਆ, ਅਤੇ ਫਿਰ ਯਾਦਵਾਂ ਦੇ ਨਾਲ ਉਹਨਾਂ ਨੇ ਲੜਾਈ ਕੀਤੀ, ਫੌਜਾਂ ਨੂੰ ਭਾਜੜਾਂ ਪਵਾਈਆਂ, ਲੋਹੇ ਦੇ ਚਣੇ ਚਬਾਏ, ਅਤੇ ਫਿਰ ਉਹਨਾਂ ਨੇ ਮੂੰਹ ਦੇ ਵਿੱਚ ਘਾਹ ਲੈ ਕੇ ਤਰਲਾ ਕੀਤਾ ਸੀ ਕਿ ਹੁਣ ਦੱਸੋ ਤੁਸੀਂ ਕਿਵੇਂ ਬੈਕੁੰਠ ਨੂੰ ਜਾ ਸਕਦੇ ਹੋ? ਤੁਸੀਂ ਧਰਮੀ ਵੀ ਹੋ ਅਤੇ ਸਿਪਾਹੀ ਵੀ ਹੋ, ਤੁਸੀਂ ਮਹਾਨ ਸੰਤ ਸਿਪਾਹੀ ਯੋਧੇ ਹੋ, ਭਗਤੀ ਸ਼ਕਤੀ ਦੇ ਮਾਲਕ ਹੋ। ਹੁਣ ਸਾਡੇ ਹੱਥ ਖੜੇ ਨੇ, ਦੱਸੋ ਹੁਣ ਕੀ ਆਖੀ, ਅਸੀਂ ਉਹੀ ਕੁਛ ਕਹਿਣ ਲਈ ਤਿਆਰ ਹਾਂ। ਅਤੇ ਮਹਾਰਾਜਾ ਖੜਕ ਸਿੰਘ ਕਹਿਣ ਲੱਗਾ, ਜੈ ਕ੍ਰਿਸ਼ਨ ਦੇ ਨਾਅਰੇ ਨਹੀਂ ਤੁਸੀਂ ਲਾਉਣੇ, ਹੋਰ ਕੀ ਆਖੀਏ? ਹੁਣ ਇਹ ਕਹਿਣਾ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ। ਹਾਰ ਗਏ ਨੇ, ਪੰਜਾਬੀ ਵਿੱਚ ਹਰੇ ਕ੍ਰਿਸ਼ਨ। ਉਹ ਨਾਅਰੇ ਮਹਾਰਾਜਾ ਖੜਕ ਸਿੰਘ ਨੇ ਲਵਾਏ, ਫਿਰ ਉਹ ਬੈਕੁੰਠ ਵਿੱਚ ਗਿਆ ਸੀ। ਅਤੇ ਜੇ ਹੁਣ ਕਲਗੀਧਰ ਪਾਤਸ਼ਾਹ ਨੇ ਮਹਾਰਾਜਾ ਖੜਕ ਸਿੰਘ ਦੀ ਇਹ ਸਾਰੀ ਗਾਥਾ ਲਿਖੀ ਹੈ, ਅਤੇ ਫਿਰ ਆਪਾਂ ਗੁਰੂ ਦੀ ਲਿਖੀ ਗਾਥਾ ਦੇ ਉੱਤੇ ਬਾਬਾ ਦੀਪ ਸਿੰਘ ਜੀ ਨੇ ਪਹਿਰਾ ਦਿੱਤਾ, ਅਤੇ ਆਪਾਂ ਉਸ ਨੂੰ ਕਿਵੇਂ ਮੰਨਣ ਤੋਂ ਇਨਕਾਰੀ ਹੋ ਸਕਦੇ ਹਾਂ? ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਇਸ ਗੱਲ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਜੇ ਕੋਈ ਇਤਿਹਾਸ ਗਲਤ ਸੁਣਾਉਂਦਾ ਹੈ, ਉਸ ਨੂੰ ਉਸੇ ਵੇਲੇ
ਉਸ ਨੂੰ ਟੋਕਣਾ ਚਾਹੀਦਾ ਹੈ, ਰੋਕਣਾ ਚਾਹੀਦਾ ਹੈ ਵੀ ਸਾਡਾ ਪੁਰਾਤਨ ਇਤਿਹਾਸ ਇਹ ਹੈ ਤੇ ਇਹਨੂੰ ਉਸੇ ਤਰ੍ਹਾਂ ਹੀ ਕਾਇਮ ਰੱਖਿਆ ਜਾਵੇ, ਪ੍ਰਚਾਰਿਆ ਜਾਵੇ, ਸੁਣਾਇਆ ਜਾਵੇ। ਕਲਗੀਧਰ ਪਾਤਸ਼ਾਹ ਨੇ ਸਾਡੇ ਤੇ ਮਹਾਨ ਪਰਉਪਕਾਰ ਕੀਤਾ। ਆਓ ਜਿੱਥੇ ਆਪਾਂ ਉਸ ਮਹਾਨ ਅਮਰ ਸ਼ਹੀਦ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ, ਉੱਥੇ ਨਾਲ ਦੀ ਨਾਲ ਆਪਾਂ ਇਹ ਪ੍ਰਣ ਵੀ ਕਰਨਾ ਹੈ ਕਿ ਸੱਚੇ ਪਾਤਸ਼ਾਹ ਅਸੀਂ ਉਸ ਮਹਾਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ 'ਤੇ ਆਏ ਹਾਂ, ਅਸੀਂ ਵੀ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲਣਾ। ਜਿਵੇਂ ਉਹਨਾਂ ਨੇ ਕਲਗੀਧਰ ਪਾਤਸ਼ਾਹ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਅਸੀਂ ਵੀ ਅੰਮ੍ਰਿਤ ਛਕਣਾ। ਜਿਵੇਂ ਉਹਨਾਂ ਨੇ ਗੁਰਮਤਿ ਦੀ ਰਹਿਣੀ ਬਹਿਣੀ ਕਹਿਣੀ ਸਹਿਣੀ ਨੂੰ ਅਪਣਾਇਆ ਤੇ ਅਸੀਂ ਵੀ ਉਸ ਨੂੰ ਉਸੇ ਤਰ੍ਹਾਂ ਅਪਣਾਉਣਾ ਹੈ। ਜਿਵੇਂ ਉਹਨਾਂ ਨੇ ਖਾਲਸੇ ਦੀ ਮਰਜ਼ਾਦਾ ਨੂੰ ਬਾਣੀ ਬਾਣੇ ਦੀ ਰਹਿਤ ਨੂੰ ਅਪਣਾਇਆ ਸੀ, ਅਸੀਂ ਵੀ ਉਸੇ ਤਰ੍ਹਾਂ ਹੀ ਉਸ ਰਹਿਤ ਨੂੰ ਅਪਣਾਉਣਾ ਹੈ। ਸਰਬਲੋਕ ਗ੍ਰੰਥ ਵਿੱਚ ਬਚਨ ਆਉਂਦੇ ਨੇ, ਬਾਣਾ ਬਾਣੀ ਖੰਭ ਪਛਾਨੋ, ਸਿੰਘ ਗੁਰੂ ਕਾ ਪੰਛੀ ਜਾਨੋ, ਉੱਡ ਜਾਹੈ ਗੁਰਪੂਰੀ ਸਦਾ ਹੈ, ਜਾਂ ਮੈਂ ਭੇਦ ਨਾ ਰੰਚਕ ਪੈ ਹੈ। ਬਾਣਾ ਤੇ ਬਾਣੀ ਦੋ ਖੰਭ ਨੇ, ਖੰਭ ਵਿਕੰਦੜੇ ਜੇ ਲਾਹਾਂ ਕਿੰਨਾ ਸਾਵੀਂ ਤੋਲ, ਤਨ ਜੜਾਈ ਆਪਣੇ ਲਾਹਾਂ ਸੋ ਸੱਜਣ ਟੋਲ। ਸਤਿਗੁਰੂ ਦੀ ਬਾਣੀ ਦਾ ਇੱਕ ਹੁਕਮ ਹੈ, ਸੋ ਗੁਰ ਕਰੋ ਜੇ ਬਹੁਰ ਨਾ ਕਰਨਾ। ਤੁਸੀਂ ਉਸ ਗੁਰੂ ਨੂੰ ਗੁਰੂ ਧਾਰਨ ਕਰੋ ਜਿਸ ਨੂੰ ਇੱਕ ਵਾਰੀ ਗੁਰੂ ਧਾਰਨ ਕਰਕੇ ਮੁੜ ਕੇ ਹੋਰ ਗੁਰੂ ਲੱਭਣ ਦੀ ਲੋੜ ਮੁੱਕ ਜਾਵੇ। ਐਸਾ ਗੁਰੂ ਕੌਣ ਹੈ? ਮਹਾਂਪੁਰਖ ਸੱਚਖੰਡ ਵਾਸੀ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵੱਡੇ ਮਹਾਂਪੁਰਖ, ਜਿਨ੍ਹਾਂ ਦੀ ਘਾਲਣਾ ਤੇ ਭਗਤੀ ਸ਼ਕਤੀ ਦਾ ਸਦਕਾ ਦਮਦਮੀ ਟਕਸਾਲ ਦੇ ਨਾਲ ਪਿੰਡਰਾਂ ਵਾਲੇ ਸ਼ਬਦ ਜੁੜੇ। ਉਹ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰ ਕਲਾਂ ਨਗਰ ਦੇ ਸਨ। ਉਹ ਮਹਾਂਪੁਰਖ ਇੱਕ ਕਵਿਤਾ ਸੁਣਾਉਂਦੇ ਸਨ, ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ। ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਵਾਰ ਪਰਿਵਾਰ ਚਾਰ ਬੱਚਿਆਂ ਕੋ ਹਾਏ ਦੇਵੇ, ਦੇਸ਼ ਕੌਮ ਉਤੋਂ ਕੁਰਬਾਨ ਵਾਲ ਵਾਲ ਜੀ, ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਪਿਆਰਿਆਂ ਦੀ ਢਾਲ ਜੀ, ਸਾਰੀ ਰਾਤ ਪਹਿਰਾ ਦੇਵੇ, ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਏ ਸਿੱਖ ਨੂੰ ਨਿਕਾਲ ਜੀ। ਐਸਾ ਗੁਰੂ ਪਰਉਪਕਾਰੀ ਜੀ ਹੈ ਦੁਨੀਆ ਦੇ ਵਿੱਚ, ਉਹ ਕਲਗੀਧਰ ਪਾਤਸ਼ਾਹ ਨੇ। ਆਓ ਆਪਾਂ ਇਹ ਪ੍ਰਣ ਕਰੀਏ ਕਿ ਅਸੀਂ ਜਿੰਨੇ ਵੀ ਗੁਰਸਿੱਖ ਮਾਈ ਭਾਈ ਇੱਥੇ ਆਏ ਹਾਂ, ਅਸੀਂ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੈ, ਬਾਣੀ ਤੇ ਬਾਣੇ ਦੀ ਰਹਿਤ ਨੂੰ ਧਾਰਨ ਕਰਨਾ ਹੈ, ਸੇਵਾ ਸਿਮਰਨ ਦੀ ਕਾਲ ਕਾਲ ਕੇ ਜੀਵਨ ਨੂੰ ਸਫਲਾ ਬਣਾਉਣਾ। ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਸੰਪਰਦਾਇ, ਬਾਬਾ ਬਿਧੀ ਚੰਦ ਜੀ ਖਾਲਸਾ ਦਲ ਵਾਲੇ ਮਹਾਂਪੁਰਖ ਵੀ ਹਾਜ਼ਰੀ ਭਰ ਕੇ ਗਏ ਹਨ। ਉਹਨਾਂ ਦਾ ਸਥਾਨ ਵੀ ਨੇੜੇ ਹੈ। ਉਹਨਾਂ ਨੇ ਵੀ ਸੰਗਤਾਂ ਨੂੰ ਪਵਿੱਤਰ ਬਚਨ ਸੁਣਾਏ। ਆਪਾਂ ਉਹਨਾਂ ਬਚਨਾਂ ਨੂੰ ਮੰਨੀਏ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਧਰੀਐ। ਸੋ ਦਾਸ ਇੰਨਾ ਹੀ ਬਚਨ ਕਰਦਾ ਹੋਇਆ ਸੰਗਤਾਂ ਤੋਂ ਖਿਮਾ ਦਾ ਜਾਚਕ ਹੈ, ਕਿਉਂਕਿ ਇੱਥੇ ਹੋਰ ਵੀ ਆਪਣੇ ਬੁਲਾਰੇ ਜਥੇ ਆਏ ਹੋਏ ਨੇ। ਸਭਨਾਂ ਨੇ ਹਾਜ਼ਰੀਆਂ ਭਰਨੀਆਂ ਤੇ ਭਾਈ ਸਾਰੀ ਸੰਗਤ ਦਾ ਤੇ ਪ੍ਰਬੰਧਕਾਂ ਦਾ, ਦਮਦਮੀ ਟਕਸਾਲ ਦੇ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।